ਸੋ ਹੈਲੋ ਸਟੂਡੈਂਟਸ, ਪਾਰਟ ਨੰਬਰ ਆਪਾਂ 4 ਤੇ ਪਹੁੰਚ ਗਏ ਹਾਂ ਤੁਹਾਡੇ ਕੋਲ। ਠੀਕ ਹੈ ਜੀ। ਤਾਂ ਐਵਰੇਜ 8 ਕੁਐਸਚਨ ਆ ਰਹੇ ਨੇ ਜੀ ਤੁਹਾਡੇ ਕੋਲ ਇੱਕ ਦੇ ਵਿੱਚ। ਠੀਕ ਹੈ ਜੀ। ਤਾਂ ਦੇਖਦੇ ਹਾਂ ਜੀ ਤੁਹਾਡੇ ਪਾਸ। ਠੀਕ ਹੈ। ਸੋ 100% ਸ਼ੋਰ ਕੁਐਸਚਨਸ ਪਾਰਟ 4 ਕਹਿੰਦਾ ਥੀਟਾ ਇਜ਼ ਦੀ ਮੈਜਰ ਆਫ ਐਂਗਲ ਬਿਟਵੀਨ ਟੂ ਯੂਨਿਟ ਵੈਕਟਰਸ E1 E2 ਯੂਨਿਟ ਵੈਕਟਰਸ ਨੇ। ਇਹਦਾ ਮਤਲਬ ਪਤਾ ਕੀ ਹੋਇਆ ਕਿ E1 ਦਾ ਮੈਗਨੀਚਿਊਡ V1 ਹੈਗਾ ਤੁਹਾਡੇ ਕੋਲ। ਠੀਕ ਹੈ। E2 ਦਾ ਮੈਗਨੀਚਿਊਡ V1 ਹੈਗਾ। ਸੋ ਇਹ E1 E2 ਆਰ ਦਾ ਯੂਨਿਟ ਵੈਕਟਰਸ। ਠੀਕ ਹੈ ਜੀ। ਉਸ ਤੋਂ ਬਾਅਦ ਉਹ ਕਹਿੰਦਾ ਕਿ 1/2 E ਮਾਈਨਸ E2 ਇਹ ਕਿਸ ਚੀਜ਼ ਦੇ ਬਰਾਬਰ ਹੈਗਾ ਤੁਹਾਡੇ ਕੋਲ। ਸੋ ਜਦੋਂ ਵੀ ਇੱਦਾਂ ਦਾ ਕੁਐਸਚਨ ਆ ਜਾਵੇ ਤੁਹਾਡੇ ਕੋਲ ਤੁਸੀਂ ਵੈਕਟਰਸ ਨਾਲ ਡੀਲ ਕਰ ਰਹੇ ਹੋ ਜੀ। ਅਗਰ ਆਪਾਂ ਵੈਕਟਰਸ ਦੇ ਨਾਲ ਡੀਲ ਕਰ ਰਹੇ ਹੋਈਏ ਤਾਂ ਸਮਝ ਲੈਣਾ ਕਿ ਇੱਦਾਂ ਦੇ ਮਾਡਲ ਵਿੱਚ ਡੈਫੀਨੇਸ਼ਨ ਡਾਟ ਦੀ ਕੰਮ ਆਊਗੀ। ਸੋ E1 ਮਾਈਨਸ E2 ਇਹਦਾ ਜਿਹੜਾ ਸਕੇਅਰ ਹੁੰਦਾ ਹੈ, ਇਹ ਸਕੇਅਰ ਤਾਂ ਬਾਅਦ 'ਚ ਰੂਟ ਲਿਆ ਜਾਊਗਾ। ਇਹਨੂੰ ਆਪਾਂ ਕਿਉਂਕਿ ਸਕੇਅਰ ਹੀ ਚਾਹੀਦਾ ਹੁੰਦਾ ਤੁਹਾਡੇ ਕੋਲ, ਇਹਨੂੰ ਆਪਾਂ E1 ਮਾਈਨਸ E2 ਇੰਟੂ E1 ਮਾਈਨਸ E2 ਜਿਹੜਾ ਹੈ ਲਿਖ ਸਕਦੇ ਹਾਂ। ਠੀਕ ਹੈ। ਸੋ ਹੁਣ ਮੈਂ ਸਿੱਧੀ ਡਾਟ ਲੈਣਾ ਜੀ ਟਾਈਮ ਬਚਾਉਣ ਲਈ। E1 ਡਾਟ E2 ਤਾਂ E1 ਮੋਡ ਦਾ ਸਕੇਅਰ ਆ ਜਾਊਗਾ। ਫਿਰ ਇਹਦੀ ਅਗਲੇ ਨਾਲ ਡਾਟ ਆ ਜਾਊਗੀ E1 E2 ਆ ਜਾਊਗੀ। ਫਿਰ ਇਹਦੀ E2 E1 ਆ ਜਾਊਗੀ ਜੀ ਤੁਹਾਡੇ ਪਾਸ। ਫਿਰ ਮਾਈਨਸ ਮਾਈਨਸ ਪਲਸ E2 ਮੋਡ ਦਾ ਸਕੇਅਰ। ਕਿਉਂਕਿ ਇਹ ਯੂਨਿਟ ਵੈਕਟਰਸ ਹੋ ਗਏ ਤਾਂ ਇੱਕ ਇਹਦੀ ਵੈਲਿਊ ਇੱਕ ਇਹਦੀ 2 ਮਾਈਨਸ ਇਹ 2 ਟਾਈਮਸ ਇਹਨੂੰ ਫੇਰ ਖੋਲ ਲਓ E1 E2 cos ਆਫ ਐਂਗਲ ਬਿਟਵੀਨ ਦੈਮ। ਠੀਕ ਹੈ। ਸੋ 2 ਕਾਮਨ ਕੱਢ ਲਓ, ਇੱਥੇ 1 ਆ ਗਿਆ, ਇਹਦਾ 1 ਹੀ ਬਣ ਜਾਣਾ ਕਿਉਂਕਿ ਯੂਨਿਟ ਹੈ। ਸੋ cos ਥੀਟਾ ਆਹ ਵਾਲੀ ਆਪਸ਼ਨ ਨਹੀਂ ਹੈ ਤਾਂ ਤੁਹਾਡੇ ਕੋਲ ਵੈਸੇ ਵੀ ਉੱਧਰ ਸਕੇਅਰ ਹੈ ਹਾਲੇ 2 ਸਾਈਨ ਸਕੇਅਰ ਥੀਟਾ ਬਾਈ 2 ਅਤੇ ਇੱਧਰ ਹੈਗਾ ਤੁਹਾਡੇ ਕੋਲ E1 ਮੋਡ E2 ਇਹਦਾ ਸਕੇਅਰ ਹੈ। ਜੇ ਸਕੇਅਰ ਹੈ ਤਾਂ ਤੁਹਾਨੂੰ ਸਕੇਅਰ ਰੂਟ ਲੈਣਾ ਪੈਣਾ। ਜਦੋਂ ਰੂਟ ਲੈ ਲਿਆ ਤਾਂ 1/2 ਕਿਉਂਕਿ 2 ਰਹਿ ਜਾਏਗਾ ਰੂਟ ਲਏ ਤੇ 1/2 ਇਸ ਤਰਫ ਭੇਜ ਦਿਓ। ਸੋ ਇਹ ਬਚੇਗਾ ਅਤੇ ਨਾਲ ਸਾਈਨ ਥੀਟਾ ਬਾਈ 2 ਬਚੇਗਾ। ਸੋ ਕਿਹੜੀ ਆਪਸ਼ਨ ਠੀਕ ਲੱਗੀ ਜੀ ਤੁਹਾਡੇ ਕੋਲ? ਸੋ ਇਹ ਵਾਲੀ ਆਪਸ਼ਨ ਠੀਕ ਲੱਗੀ, ਕੁਛ ਨਹੀਂ ਹੈਗਾ। ਸੋ ਚਾਹੇ ਉਰੇ ਪਲੱਸ ਆਵੇ ਚਾਹੇ ਉਸੇ ਮਾਈਨਸ ਆਵੇ, ਅਗਰ ਮੋਡ ਆ ਗਿਆ ਤਾਂ ਡਾਟ ਦੀ ਡੈਫੀਨੇਸ਼ਨ ਲਗਾਉਣਾ, ਤੁਹਾਡਾ ਕੁਐਸਚਨ ਬੜੇ ਆਰਾਮ ਨਾਲ ਹੋ ਜਾਏਗਾ। ਠੀਕ ਹੈ ਜੀ। ਸੋ ਅਗਲਾ ਕੁਐਸਚਨ ਫਿਰ ਅਗੇਨ ਵੈਰੀ ਇੰਪੋਰਟੈਂਟ ਕੁਐਸਚਨ ਹੈਗਾ ਤੁਹਾਡੇ ਕੋਲ। ਤਾਂ ਇਹ ਵਾਲੀ ਚੀਜ਼ ਹੈ ਤੁਹਾਡੇ ਪਾਸ। ਕਹਿੰਦਾ ਅਗਰ ਤੁਹਾਡੇ ਕੋਲ ਇਸ ਤਰ੍ਹਾਂ ਦਾ ਕੋਈ ਵੀ ਕੁਐਸਚਨ ਆ ਜਾਏ, ਕਿਉਂਕਿ ਇਹ ਸਪੈਸ਼ਲ ਕੈਟੇਗਰੀ ਦੇ ਕੁਐਸਚਨਸ ਨੇ, ਸਪੈਸ਼ਲ ਕੈਟੇਗਰੀ ਦੇ ਕੁਐਸਚਨਸ ਨੇ, ਤੁਹਾਡਾ ਆਨਸਰ ਹੈ 0 ਵੈਨ ਐਕਸ ਇਜ਼ ਰੈਸ਼ਨਲ ਆਰ ਮਤਲਬ ਇਹਦਾ ਮਤਲਬ ਰੈਸ਼ਨਲ ਹੁੰਦਾ ਹੈਗਾ ਤੁਹਾਡੇ ਪਾਸ, ਇਹਦਾ ਮਤਲਬ ਹੈ ਇਰਰੈਸ਼ਨਲ। ਠੀਕ ਹੈ। ਸੋ ਅਗਰ ਤੁਹਾਡੇ ਪਾਸ fx 0 ਹੈ ਵੈਨ ਐਕਸ ਇਜ਼ ਰੈਸ਼ਨਲ 1 ਵੈਨ ਐਕਸ ਆਰ ਮਾਈਨਸ ਕਿਉਂ ਇਹ ਇਰਰੈਸ਼ਨਲ, ਦੈਨ ਤੁਸੀਂ ਪ੍ਰੂਵ ਕਰੋ। ਦੇਖੋ ਜਦੋਂ ਤੁਸੀਂ ਰੈਸ਼ਨਲ ਔਰ ਇਰਰੈਸ਼ਨਲ ਨੰਬਰ ਲੈ ਲਏ, ਠੀਕ ਹੈ, ਤਾਂ ਇੱਥੇ ਕੀ ਹੁੰਦਾ ਤੁਹਾਡੀ ਮਿਨੀਮਮ ਵੈਲਿਊ ਜਿਹੜੀ ਵੀ 0 0 1 1 2 ਮਿਨੀਮਮ ਵੈਲਿਊ ਤੁਹਾਡੀ ਸਾਰੇ ਰੈਸ਼ਨਲ ਨੰਬਰ, ਕਿਉਂਕਿ ਜਦੋਂ ਰੈਸ਼ਨਲ ਮਤਲਬ ਕੁਐਸਚਨ 'ਚ ਵੈਲਿਊਜ਼ ਹੀ 2 ਨੇ, ਆਨਸਰ ਹੀ 2 ਨੇ, ਇੱਕ 0 ਇੱਕ 1, ਇੱਕ ਨੇ ਮਿਨੀਮਮ ਬਿਹੇਵ ਕਰਨਾ, ਇੱਕ ਨੇ ਮੈਕਸੀਮਮ ਬਿਹੇਵ ਕਰਨਾ ਹੈਗਾ। ਠੀਕ ਹੈ ਜੀ। ਤਾਂ ਇੱਕ ਨੇ ਮਿਨੀਮਮ ਬਿਹੇਵ ਕਰਤਾ, ਇੱਕ ਨੇ ਮੈਕਸੀਮਮ ਬਿਹੇਵ ਕਰਤਾ। ਇਹਦਾ ਮਤਲਬ ਜਦੋਂ ਤੁਸੀਂ ਇਸ ਤਰ੍ਹਾਂ ਦੇ ਕੁਐਸਚਨ ਦਾ ਮੰਨ ਲਓ ਇੰਟਰਵਲ ਇਹਦਾ ਕੋਈ ਨਹੀਂ ਦਿੱਤਾ ਹੋਇਆ, ਮੰਨ ਲਓ ਇੰਟਰਵਲ AB ਹੈ, ਤਾਂ ਇਹਨਾਂ ਦਾ ਜਿਹੜਾ ਆਨਸਰ ਆਉਂਦਾ ਹੁੰਦਾ ਨਾ, ਹੁਣ ਜਿਹੜਾ ਆਨਸਰ ਆਉਣਾ ਉਹ ਮਿਨੀਮਮ ਵੈਲਿਊ ਇਨਟੂ ਜਿਹੜਾ ਹੈਗਾ ਇਹ ਤੁਹਾਡਾ ਲੈਂਥ ਆਫ ਦਾ ਇੰਟਰਵਲ ਆਉਣਾ ਹੈਗਾ, ਔਰ ਮਿਨੀਮਮ ਵੈਲਿਊ ਹਰ ਇੰਟਰਵਲ 'ਤੇ, ਤਾਂ ਮਿਨੀਮਮ ਵੈਲਿਊ ਫਿਕਸ ਹੋ ਜਾਂਦੀ ਹੈ। ਸੋ ਇਹ 0 ਤਾਂ ਤੁਹਾਡੀ ਮਿਨੀਮਮ ਵੈਲਿਊ ਜਿਹੜੀ ਹੈਗੀ ਹੈ 0 ਹੋਣ ਕਰਕੇ, ਕਿਉਂਕਿ LPF ਦੀ ਡੈਫੀਨੇਸ਼ਨ 'ਚ ਆਉਣਾ ਸੀ ਇਹਨੇ, ਤਾਂ LPF ਦੀ ਡੈਫੀਨੇਸ਼ਨ 'ਚ ਮਿਨੀਮਮ 0 ਹੋਣ ਕਰਕੇ ਇਹਨੇ 0 ਹੋ ਜਾਣਾ। ਲੈਂਥ B ਮਾਈਨਸ A ਲੈ ਲਈ ਮੈਂ, ਅਤੇ ਜਦੋਂ ਤੁਸੀਂ UPF ਵਾਲੀ ਡੈਫੀਨੇਸ਼ਨ ਲੈਣੀ ਹੈ ਉਹਦੇ ਵਿੱਚ ਇਹਦੀ ਵੈਲਿਊ ਆ ਜਾਣੀ ਹੈ ਤੁਹਾਡੇ ਪਾਸ ਮੈਕਸੀਮਮ ਇੰਟੂ B ਮਾਈਨਸ A। अब UPF ਤੇ LPF ਦੀ ਵੈਲਿਊ ਦੋਨੋਂ ਡਿਫਰ ਕਰ ਗਈਆਂ, ਔਰ n ਅਪਰੋਚਿਸ ਟੂ ਇਨਫਿਨਿਟੀ A ਤੋਂ B fx ਜਿਹੜਾ ਲੋਵਰ ਹੈ, ਸੌਰੀ ਇਹਨੂੰ ਐਵੇਂ ਲਿਖੀਏ ਆਪਾਂ, LPF ਹੈ ਜਿਹੜਾ n ਅਪਰੋਚਿਸ ਟੂ ਇਨਫਿਨਿਟੀ LPF ਹੈ ਜਿਹੜਾ ਤੁਹਾਡੇ ਪਾਸ, ਇਹ ਲੋਵਰ ਇੰਟੈਗਰਲ ਕਹਾਂਦਾ ਹੁੰਦਾ, ਔਰ ਤੁਹਾਡਾ ਲੋਵਰ ਇੰਟੈਗਰਲ ਕੀ ਆ ਜਾਊਗਾ 0, ਅਤੇ n ਅਪਰੋਚਿਸ ਟੂ ਇਨਫਿਨਿਟੀ ਜਿਹੜਾ UPF ਹੁੰਦਾ ਇਹ ਅਪਰ ਇੰਟੈਗਰਲ ਕਹਾਂਦਾ, ਇਹ ਤੁਹਾਡਾ ਆ ਜਾਣਾ 1। ਇਹਦਾ ਮਤਲਬ ਕਿਸੇ ਵੀ ਸਿਚੁਏਸ਼ਨ ਦੇ ਵਿੱਚ ਰਾਈਮਨ ਇੰਟੈਗਰੇਬਲ ਨਹੀਂ ਹੋ ਸਕਦੇ। ਮੈਂ ਤਾਂ ਇੰਨਾ ਕਰਕੇ ਦਿਖਾਇਆ, ਤੁਸੀਂ ਕੁਛ ਨਹੀਂ ਕਰਕੇ ਦਿਖਾਉਣਾ ਹੈਗਾ ਪੇਪਰ ਦੇ ਵਿੱਚ। ਅਗਰ ਕੋਈ ਵੀ ਕੁਐਸਚਨ ਆਇਆ ਉਰੇ 1 ਆ ਜਾਏ ਉਰੇ 2 ਆ ਜਾਏ, ਫਿਰ ਪ੍ਰੋਵਾਈਡਡ ਸੇਮ ਨਾ ਹੋਣ, ਸੇਮ ਹੋਏ ਤਾਂ ਫਿਰ ਹੋ ਜਾਣਾ। ਠੀਕ ਹੈ। ਤਾਂ ਉੱਥੇ ਨੋਟ ਰਾਈਮਨ ਇੰਟੈਗਰੇਬਲ ਵਾਲੀ ਆਪਸ਼ਨ ਤੁਸੀਂ ਚੂਜ਼ ਕਰ ਦੇਣੀ ਹੈਗੀ ਹੈ ਤੁਹਾਡੇ ਕੋਲ। ਸੋ ਇਸ ਚੀਜ਼ ਦਾ ਆਪਾਂ ਖਿਆਲ ਰੱਖਣਾ। ਰੀਜ਼ਨਿੰਗ ਤੁਹਾਡੀ ਮੈਂ ਕਰਵਾਤੀ ਕਿ ਹਰ ਟਾਈਮ ਇਹਦਾ ਆਨਸਰ, ਠੀਕ ਹੈ, B ਮਾਈਨਸ A ਇੰਟੂ ਮਿਨੀਮਮ ਵੈਲਿਊਜ਼ ਦਾ ਸਮ ਆਉਣਾ ਹੈ,
मिनिमम जब है ही जीरो तो पहले इंटरवल दूजे इंटरवल हर इंटरवल 'ਚ जीरो ही रहनी है, इस करके कोई दिक्कत वाली गल नहीं हैगी तुहाडे कोल। तो जिहड़ा हैगा नीचे देखो की लिखिया होया, नीचे क्वेश्चन लिखिया -1 तो 1 ते आ पहली चीज़ अगर -a तो a होवे तो फंक्शन देखो, फंक्शन आ है आ वाला फंक्शन जिहड़ा हैगा तुहाडे कोल ये ईवन फंक्शन है, समझते हो ना ईवन फंक्शन की हुंदा है, आपां तैयारी कीती हुई है। f ऑफ -x = f ऑफ x है। तो जे ईवन फंक्शन है तो 2 टाइम्स पहला ही यह 0 तो 1 x का mod dx बन गई। और तुहानूं पता कि जिहड़ी इंटैग्रेशन हुंदी है, इंटैग्रेशन दी जिहड़ी जोमैट्रिकल सिग्नीफिकेंस वो एरिया अंडर द कर्व है, तो इहदी इन्नी क लाइन बननी है 0 ते 0 1 ते 1 सिर्फ इन्नी की, तो यदा मतलब इहदी हाइट कितनी है 1 ते 1 है, ठीक है। तो जिहड़ा हैगा तुहाडे कोल अगर आपां देखिए तुहाडे कोल भी तुसी 0 भरोगे 0 कुछ भरोगे तो वधो वध कित्थे जा सकते 1, तो आंसर भी वधो वध 1 आ सकता है। तो जे मैं तुसी देखा आ 2 तो हैगा ही हैगा, सो 1/2 इंटू बेस इंटू हाइट थोड़ी ट्रायंगल बनती है तो 1 आ जाऊगा। अगर तुसी इंटैग्रेशन खोल के भी करना होवे तो भी तुहाडा आंसर इन्ना ही आऊगा, वो तुसी देखते सारी क्वेश्चन कर सकते हो तुहाडे पास। जे इंटैग्रेशन खोलनी भी है 0 to 1 पॉजिटिव आ जाऊगा तो भी कोई दिक्कत नहीं, तो x²/2 0 to 1 आ जाऊ तो भी 2 × 1/2 ही आना है। तो इस चीज़ का आपने ख्याल रखना है तुहाडे कोल, ठीक हो गया जी। तो उस तो बाद अगले क्वेश्चन ते आ गए आपां तुहाडे कोल विच ऑफ द फॉलोइंग इज़ नॉट ट्रू। सो नॉट ट्रू वाली एक वैल्यू चूज करनी। LPF - UPF ये जिहड़ी कंडीशन हैगी है ना, ये थोड़ी इंटैग्रेबिलिटी की कंडीशन है, सो ये ट्रू है। A function is continuous then it is Riemann integral A/2। A function is bounded and finite point of discontinuity, आ भी ट्रू है, सो ये थोड़ा आंसर रहेगा जी। UPF मुरे अगर नेगेटिव ना गुणा करोगे तो ग्रेटर दैन नेगेटिव एप्सिलॉन होएगा, सो आ वाली ऑप्शन जिहड़ी है ये नॉट ट्रू रहेगी तुहाडे कोल। तो तुसी ये क्वेश्चन देख लेना, जस्ट बेसिक रिजल्ट्स ने, रिजल्ट्स आपां नूं पता ने, कोई दिक्कत वाली गल नहीं हैगी तुहाडे कोल, ठीक है। जिसनों नहीं पता, जिन्होंने राइमन वगैरह छड्डी हुई है या कुछ है, वो याद कर लेना कि LPF - UPF जिहड़ा हैगा तुहाडे पास आपां अपनी जिहड़ी डेफिनेशन हैगी है, सॉरी मैं उल्टा लाता, UPF - LPF लेस दैन एप्सिलॉन हुंदा हैगा तुहाडे कोल। तो असली जिहड़ा UPF वड्डा हुंदा ना, तो वड्डा माइनस छोटा पॉजिटिव रहना ना, छोटा माइनस बड़ा नहीं, मैं उल्टा लाता जी, ये वाली चीज़ तो ट्रू है। सो नॉट ट्रू वाला होएगा LPF - UPF। सो UPF माइनस बड़ी माइनस छोटी है ना, तो लेस दैन एप्सिलॉन है कि डिफरेंस बहुत छोटा होंदा हैगा। सो नॉट ट्रू वाली ऑप्शन किहड़ी रहेगी जी तुहाडे पास, वो रहेगी तुहाडे कोल LPF ते जिहड़ा हैगा तुहाडे कोल और UPF। तो किहड़ी ऑप्शन रह गई जी तुहाडे पास, ऑप्शन नंबर 1 आ गई। सो सॉरी मैं गलत बोल गया, ठीक है। तो जिहड़ा हैगा तुहाडे कोल सो नॉट ट्रू वाली आ नहीं है, ऊपरली ऑप्शन है। सो लो जी अगले क्वेश्चन ते आ गए आपां तुहाडे कोल। सो अगला क्वेश्चन जिहड़ा हैगा ग्रेटेस्ट इंटीजर फंक्शन है, और एक चीज़ का जिहड़ा ख्याल रखना हैगा, कई बार ऐ पूछ लेंदे कि पॉइंट ऑफ डिसकॉन्टीन्यूटी, ग्रेटेस्ट इंटीजर फंक्शन ते डिसकॉन्टीन्यूस हुंदा है, ये डिसकॉन्टीन्यूस ऑन इंटैग्रल वैल्यूज़ हुंदा है। इंटैग्रल वैल्यूज़ मतलब जे कलियां डिसकॉन्टीन्यूटीज़ पूछिया जान तो इहदियां डिसकॉन्टीन्यूटीज़ आ ने, जिन्नियां डिसकॉन्टीन्यूटीज़ होंदियां ने उन्ना फंक्शन तोड़ लईदा। सो 1 फिर 1 तो 2 डिसकॉन्टीन्यूटीज़ किनारे ते रखी दियां ने, ठीक है जी। सो जिहड़ा हैगा तुहाडे पास 2 तो 3 तो dx। सो इस तरह तुहाडा फंक्शन तोड़ना है, पहला तुसी डिसकॉन्टीन्यूटीज़ जिथे जो वैल्यू पर इत्ते मेरा इंटीजर आंदा है वो डिसकॉन्टीन्यूटीज़ हैं। सो तुहानूं पेपर विच कलियां डिसकॉन्टीन्यूटीज़ भी पूछिया जा सकदियां। सो इंटरवल देख लेना किहड़ा, इहदे विच देख लेना किन्नियां वैल्यूज़ इंटीजर ने, बस ठीक है जी। पर जे इत्थे x का स्केयर होवे, x मॉडुलस का स्केयर ग्रेटेस्ट इंटीजर का, तो फिर देखना स्केयर करके इंटीजर बनती है कि नहीं। सो ये चीज़ होगी तो जो इन्हूं सॉल्व करना, इन्हें उरे जाना, इन्हें उरे जाना, इन्हें उरे जाना। सो इत्थे तो 0 ही आ जाएगा, इत्थे 1 का ग्रेटेस्ट इंटीजर 1 है ना। सो 1 तो 2 कली dx रह गई, इत्थे 2 गया 2 का ग्रेटेस्ट इंटीजर 2, सो 2 तो 3 उरे dx 2 तुसी बाहर कढ़ता। सो आंसर आया x 1 तो 2, आंसर आया x 2 टाइम्स आ गया 2 तो 3। सो 2 - 1 आ हो गया, 2 टाइम्स 3 - 2 आ हो गया। सो 1 उरों आ गया, 2 उरों आ गया, टोटल वैल्यूज़ तुहाडे पास 3 आ गई।
क्या तीन मेरे क्वेश्चन च ऑप्शन हैगी? हाँ जी मेरे को ऑप्शन हैगी है। सो ये वाली चीज़ मेरी ओके होगी तुहाडे को, ठीक है जी। सो लो जी अगले क्वेश्चन ते चलिए। अगे तुहाडे पास आ हैगा जी, तो इंटैग्रल फंक्शन के नाल एक फंक्शन दिता होया, सो एक्स इंटू इंटैग्रल। दूजा फंक्शन पॉलीनोमियल है, वो कंटीन्यूअस फंक्शन है, वो चिंता नहीं है, नाल वाला प्रॉब्लम क्रिएट करूगा। नाल वाला प्रॉब्लम क्रिएट करूगा तो इंटैग्रल वैल्यूज़ के उत्ते इन्हें जाना है। तो यह मतलब तुहाडे पास इत्थे 0 to 1 तोड़ोगे, ठीक है। दूजे लिए चाहे तोड़ना है तो उस तो बाद 1 to 2 तोड़ोगे, ठीक है जी। उस तो बाद बस फिर 3 तो है ही नहीं गा। सो दो पार्ट्स विच ही इसने सबलेट करना है। इत्थे इन्हें जाना 0 ने, सो 0 ही बन जानी है। इत्थे रह जाना, इन्हें इत्थे जाना, इत्थे तो एक्स ही रहना है, सिर्फ ग्रेटेस्ट इंटीजर च ही भेजना सॉल्व करन लगे, ये च नहीं भर देनी। ग्रेटेस्ट इंटीजर 0 के 0, ये ग्रेटेस्ट इंटीजर च गया, इसने 1 लिख देना, तो इत्थे एक्स ही रह जाना तुहाडे पास। तो अल्टीमेटली एक्स स्क्वायर बाई 2 हो जाऊगा 1 to 2। सो ये 4 आ जाएगा -1/2। सो अल्टीमेटली 3/2 मेरी ऑप्शन आ गई। सो 3/2 हैगा जी मेरे को क्वेश्चन हैगा। सो इदा आप ग्रेटेस्ट इंटीजर फंक्शनस वाले क्वेश्चन राइमन इंटैग्रेशन के सॉल्व करने हैं। सो जोड़ा है तुहाडे कोल, तो इस चीज़ का आपने ख्याल रख लेना है बई की हिसाब किताब है, ठीक है जी। सो नैक्सट क्वेश्चन भी बड़ा वधिया क्वेश्चन है। तो नैक्सट दोनों क्वेश्चन है जोड़े वो बिल्कुल सेम है क्वेश्चन, और ये क्वेश्चन करने लिए बिल्कुल कोई बहुता लंबा चौड़ा कोई रॉकेट साइंस नहीं है, बट जो रिजल्ट है वो मैमोराइज करना है, क्योंकि आ वाला क्वेश्चन तो आ वाला क्वेश्चन दोनों की जी लुक है वो देखियो कि FX की वैल्यू मैनू डिफरेंट दी हुई है। FX की वैल्यू मैंने डिफरेंट दी है, पर जो फाइंड करना है n इंटू एफ 0 to 1 तो वो सारा दोनों पासे सेम फाइंड करना है। तो जोड़ा है तुहाडे कोल रूल है, वो रूल की है, तुसी सिर्फ एक रूल याद कर लेना है। वह प्रूफ की जरूरत नहीं गी तुहाडे पास। लिमिट n अप्रोचिज टू इनफिनिटी। सो ये थोड़े चो ज़्यादा ने नहीं पढ़िया होएगा। सो n इंटू FX, ठीक है, 1 + n² x², क्योंकि ज़्यादा किताबों च नहीं है। ये π/2 इंटू f(0) होंदा। सो ये रूल याद रखियो जी, मैमोराइज कर लियो, कोई दिक्कत नहीं की तुहाडे को। तो ये जोड़ा तुहाडा रूल है तुहाडे कोल, इनू आपाने लिख के याद कर लेना। हुण f(0) है ना, तो f(0) इत्थे फिल करोगे ना, f(0) 0 आएगा, तो यदा मतलब 0 इंटू 0, बाकी रकम तो सारी सेम है ना। FX भरन की जरूरत नहीं पैनी जब तक f(0) ने उत्थों देनी है वैल्यू। तो f(0) 0 है, तो इत्थे 0 फिल करूँगा, तो π/2 इंटू 0 तुसी करोगे तो आंसर तुहाडा 0 ही आएगा ना, ठीक है जी। सो अगला क्वेश्चन भी 0 to 1 डिटो सेम है तुहाडे पास, बट f(0) इस बार 3 आ रहा है तुहाडे कोल। तो इस बार क्वेश्चन के जोड़ा है अपनी वैल्यू डेफिनेटली मिलेगी। देखो ऊपर वाला क्वेश्चन बिल्कुल सौखा सीगा, क्योंकि वह f(0) तुहाडा 0 बन रहा सीगा। सो जोड़ा निचले वाला क्वेश्चन है तुहाडे पास, वह f(0) 0 नहीं बनेगा, ठीक है जी। सो इस क्वेश्चन में तुहानू तुसी जोड़ा मैं तुहानू एक बार आंसर दस देना वा, फिर ये क्वेश्चन तुसी खुद ट्राई कर लेना। सो f(0) है तुहाडे पास, तो कर लो, 1 मिनट ही लगना तुहाडे को। थोड़ा क्वेश्चन इस विच f(0) क्या आएगा। सो f(0) आएगा 2 इंटू 0 + 3। सो f(0) जोड़ा है वो 3 आ जाएगा। सो थोड़ा आंसर क्या आ जाएगा, फिर 3π/2 आ जाएगा। सो इस विच कोई दिक्कत वाली गल है नहीं थोड़े को, ठीक हो गया जी। सो इस करके ये रिजल्ट है जोड़ा थोड़े को, ये जरूर आप याद रख लाँगे थोड़े को, क्योंकि इनू ये अपने क्वेश्चन जोड़े है ने वो ईजीली जोड़े है सॉल्व हो जाएंगे, ठीक है। सो आगे मेरा एक क्वेश्चन है तुहाडे कोल, एक ही रह गया मेरे को। सो अगला हजे मैं लिखा नहीं। सो ये क्वेश्चन बहुत ध्यान ना देखना। ये क्वेश्चन आप ये क्वेश्चन कर लिया है, कहता 0 to 2, जो मेरा फर्स्ट क्वेश्चन सी इन्ना ही रिजेंबल करता सीगा तुहाडे पास। R डिफाइंड बाय 0 वैन जोड़ा है रैशनल ने, ये उल्टा भी देती है ना, तो भी कोई दिक्कत नहीं। A तो B कहता अपर राइमन इंटैग्रल एंड लोअर राइमन इंटैग्रल ने, अपर इंटैग्रल तो लोअर इंटैग्रल, दैन एक ही ऑप्शनस होंगे। सो ये वेरी इंपॉर्टेंट क्वेश्चन है जी। जे तो पिछला समझ आया जोड़ा मैं 1 ते कराया सीगा, तो यह क्वेश्चन तुसी ईजीली अटैम्प्ट कर सकते हो। तो जे आप देखिए जी लॉजिक की रहेगा, लॉजिक मेरा ये है, उन्हें क्या ए एंड बी आर द अपर एंड लोअर इंटैग्रल। सो ए अपर है, जे अपर इंटैग्रल है तो अपर इंटैग्रल पता क्या होंगी, लिमिट n अप्रोचेज टू इनफिनिटी UPF, ठीक है जी।
ਤੇ ਜਿਹੜੀ ਤੁਹਾਡੀ ਲੋਅਰ ਇੰਟੈਗਰਲ ਹੁੰਦੀ ਹੈ ਉਹ n ਅਪਰੋਚਿਸ ਟੂ ਇਨਫਿਨਿਟੀ LPF ਹੁੰਦੀ ਹੈਗੀ ਹੈ ਤੁਹਾਡੇ ਪਾਸ, ਹੈ ਨਾ। ਤਾਂ ਇਹ ਇੱਕ ਅਪਰ ਹੈ, ਇੱਕ ਲੋਅਰ ਇੰਟੈਗਰਲ ਹੈ। ਹੁਣ ਮੈਂ ਤੁਹਾਨੂੰ ਕਿਹਾ ਸੀ ਅਗਰ ਇੱਕ ਰੈਸ਼ਨਲ ਇੱਕ ਇਰੈਸ਼ਨਲ ਵਾਲਾ ਕੁਐਸਚਨ ਆ ਜਾਵੇ ਤਾਂ ਤੁਸੀਂ ਕੁਛ ਨਹੀਂ ਕਰਨਾ ਹੈਗਾ, ਤੁਹਾਡੇ ਕੋਲ ਤੁਸੀਂ ਉਹਦੀ ਮਿਨੀਮਮ ਵੈਲਿਊ ਦੇ, ਅਗਰ ਤੁਸੀਂ LPF ਕੱਢ ਰਹੇ ਹੋ ਮਿਨੀਮਮ ਵੈਲਿਊ, ਠੀਕ ਹੈ, ਇਨਟੂ B ਮਾਈਨਸ ਇਹ ਕਰਨਾ ਆਨਸਰ 'ਚ, ਹੈ ਨਾ। ਤਾਂ ਜੇ ਤੁਸੀਂ ਹੁਣ ਇਸ ਕੁਐਸਚਨ ਦੀ ਮਿਨੀਮਮ ਵੈਲਿਊ ਦੇਖੋ, ਇੱਥੇ ਤਾਂ 0 ਹੀ ਆ ਜਾਣੀ ਹੈ ਨਾ, ਕਿਉਂਕਿ ਕੁਐਸਚਨ ਮਿਨੀਮਮ ਵੈਲਿਊ, ਜੇ ਤੁਸੀਂ ਮਿਨੀਮਮ ਵੈਲਿਊ ਵਾਲਾ ਆਏ ਤਾਂ ਮਿਨੀਮਮ ਵੈਲਿਊ ਦੇਖੋਗੇ ਤਾਂ 0 ਆ ਜਾਣੀ ਹੈਗੀ ਆ ਉੱਪਰ ਵਾਲਾ, ਇਹ ਇੱਧਰ ਕਰ ਦਿੰਦੇ ਹਾਂ। ਸੋ ਇਹਦਾ ਮਤਲਬ ਹੈ ਇੱਕ ਆਪਸ਼ਨ ਤਾਂ ਹੈ ਕਿ B 0 ਹੈ, B ਇਸ 'ਚ ਵੀ 0, ਇਸ 'ਚ ਵੀ 0, ਇਸ 'ਚ ਵੀ 0 ਹੈ, ਠੀਕ ਹੈ। ਉਹ ਤੋਂ ਬਾਅਦ ਮੈਂ ਤੁਹਾਨੂੰ ਇਹ ਕਿਹਾ ਸੀਗਾ, ਅਗਰ ਮੈਂ ਤੁਹਾਨੂੰ ਧਿਆਨ ਕਹਾਂ ਵੀ ਮੈਂ ਤੁਹਾਨੂੰ ਕਿਹਾ ਸੀ ਕਿ ਇੱਦਾਂ ਦਾ ਕੁਐਸਚਨ ਕਦੇ ਵੀ ਰਾਈਮਨ ਇੰਟੈਗਰੇਬਲ ਨਹੀਂ ਹੁੰਦਾ, ਤਾਂ ਨਹੀਂ ਹੁੰਦਾ ਤਾਂ ਇਹਦਾ ਮਤਲਬ LPF UPF ਤਾਂ ਕਦੇ ਆਉਣੇ ਹੀ ਨਹੀਂ ਗੇ, ਆਹ ਆਪਸ਼ਨ ਬਰਾਬਰ ਆਉਣੇ ਹੀ ਨਹੀਂ ਗੇ, ਤਾਂ ਆਹ ਤਾਂ ਆਪਸ਼ਨ ਵੈਸੇ ਹੀ ਕੱਟ ਗਈ। ਤੁੱਕਾ ਮਾਰਨਾ ਹੋਵੇ ਤਾਂ 2 ਆਪਸ਼ਨਾਂ ਤਾਂ ਡਿਲੀਟ ਹੋ ਗਈਆਂ ਨਾ ਤੁਹਾਡੇ ਕੋਲ, ਠੀਕ ਹੈ ਜੀ। ਇਹਦਾ ਮਤਲਬ ਜੇ ਤੁੱਕਾ ਮਾਰਨਾ ਹੋਵੇ ਤਾਂ ਵੀ ਆਪਣੇ ਕੋਲ 2 ਹੀ ਆਪਸ਼ਨਸ ਬਚੀਆਂ। ਹੁਣ ਅਗਰ ਮੈਂ ਤੁਸੀਂ LPF ਤਾਂ ਕੱਢ ਲਿਆ, UPF ਲਈ ਕੀ ਕਰੀਦਾ ਹੁੰਦਾ, ਮੈਕਸਿਮਮ ਵੈਲਿਊ ਲਈ ਦੀ, ਉਹ ਆ ਹੈ B ਮਾਈਨਸ A ਮੈंने ਇੰਟਰਵਲ, तो ਆਹ ਵਾਲੀ ਟਰਮ ਕੱਢ ਗਈ तो 1 ਆ ਗਿਆ। तो B ਤੁਹਾਡਾ 1 ਹੋਣਾ ਚਾਹੀਦਾ ਤੁਹਾਡੇ ਪਾਸ, ਠੀਕ ਹੈ। ਤੁਸੀਂ ਇਹ ਦੇਖੋ ਕਿ ਆਪਸ਼ਨਸ ਵਿੱਚ ਮੈਂ ਉਲਟਾ ਲਿਖਿਆ ਜਾਂ ਆਪਸ਼ਨ ਉਲਟ ਗਈਆਂ। ਸੋ ਇੱਕ ਵੈਲਿਊ 0 ਹੈ, ਇੱਕ ਵੈਲਿਊ ਸ਼ਿਓਰਲੀ 1 ਹੈ। ਸੋ 0 ਔਰ 1 ਤਾਂ ਆਹੀ ਹੋਣੀਆਂ ਚਾਹੀਦੀਆਂ ਨੇ ਤੁਹਾਡੇ ਕੋਲ, B 0 A 1, ਠੀਕ ਹੈ। ਸੋ ਇਹ ਹੀ ਨਿਕਾਲਿਆ ਆਪਾਂ ਤੁਹਾਡੇ ਕੋਲ। ਸੋ ਆਹ ਆਪਸ਼ਨ ਜਿਹੜੀ ਹੈਗੀ ਹੈ ਤੁਹਾਡੀ ਟਰੂ ਹੋ ਗਈ। ਸੋ ਮਤਲਬ ਆਸ ਹੈ ਤੁਹਾਨੂੰ ਸਮਝ ਆ ਗਏ ਹੋਣਗੇ ਤੁਹਾਡੇ ਕੋਲ, ਠੀਕ ਹੈ ਜੀ। ਤੇ ਜਿਹੜਾ ਹੈਗਾ ਤੁਹਾਡੇ ਪਾਸ ਅਗਰ ਸਮਝ ਆ ਜਾਂਦਾ ਤਾਂ ਨੀਚੇ ਕਮੈਂਟ ਜ਼ਰੂਰ ਕਰ ਦਿਆ ਕਰੋ ਵੀ ਹਾਂਜੀ ਸਮਝ ਆ ਗਿਆ ਤੁਹਾਡੇ ਕੋਲ, ਠੀਕ ਹੈ ਜੀ। ਤੇ ਇਹ ਵਾਲਾ ਜਿਹੜਾ ਹੈਗਾ ਆਪਾਂ ਨੇ ਕਵਰ ਕਰ ਲਿਆ ਜੀ ਚੌਥੇ ਲੈਕਚਰਸ ਦੇ ਵਿੱਚ, ਠੀਕ ਹੈ। ਸਟੈਟਿਕਸ ਲਈ ਕਿਹਾ ਗਿਆ ਸੀ ਮੈਨੂੰ, ਤਾਂ ਮੈਂ ਕੁਛ ਵੀਡੀਓ ਸਟੈਟਿਕਸ ਤੇ ਸੋਲਿਡ ਜਿਓਮੈਟਰੀ ਸੀ, ਪੈਰਾਬੋਲਾ, ਠੀਕ ਹੈ। ਜਿਹੜੇ ਬੱਚਿਆਂ ਨੇ ਕਿਹਾ ਹੋਇਆ ਉਹ ਮੇਰੇ ਦਿਮਾਗ ਦੇ ਵਿੱਚ ਹੈਗੇ ਨੇ ਤੁਹਾਡੇ ਕੋਲ, ਠੀਕ ਹੈ ਜੀ। ਉਹ ਆਪਾਂ ਡੈਫੀਨੇਟਲੀ ਅਗਲੇ ਲੈਕਚਰਸ ਦੇ ਵਿੱਚ ਜਿਹੜਾ ਹੈਗਾ ਉਹ ਐਡ ਕਰ ਦਾਂਗੇ।